ਅਸੀਂ ਖੁਦਮੁਖਤਿਆਰੀ ਦਾ ਮੈਸੇਜ ਜਿਹੜਾ ਪੰਜਾਬ ਦੇ ਫੈਸਲੇ ਚਾਹੇ ਉਹ ਪਾਣੀਆਂ ਦੇ ਹੋਣ, ਸਾਡੇ ਰਾਜਸੀ ਫੈਸਲੇ ਹੋਣ, ਖੇਤੀ ਨਾਲ ਸੰਬੰਧਿਤ ਹੋਣ, ਸਾਡੇ ਸਮਾਜਿਕ ਫੈਸਲੇ ਹੋਣ, ਇਹ ਪੰਜਾਬ ਨੂੰ ਲੈਣ ਦਾ ਹੱਕ ਆ। ਤੁਹਾਨੂੰ ਲੱਗਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅੱਜ ਦੀਪ ਸਿੱਧੂ ਵੀਰ ਫਿਰ ਵੀ ਕਿਤੇ ਨਾ ਕਿਤੇ ਅਗਵਾਈ ਤੇ ਕਰਦੇ ਨੇ, ਸਾਂਭ ਰਹੇ ਨੇ? ਅਗਵਾਈ ਮੈਂ ਨਹੀਂ ਕਰ ਰਿਹਾ। ਜਿਹੜੇ ਸਾਡੀਆਂ ਸੰਸਥਾਵਾਂ ਤੇ ਜਿਹੜੇ ਮੁਖੀ ਬੈਠੇ ਆ ਉਹਨਾਂ ਦੇ ਕੱਦ ਓਡੇ ਵੱਡੇ ਨਹੀਂ ਆ ਜੋ ਉਸ ਕੁਰਸੀਆਂ 'ਚ ਫਿੱਟ ਆ ਸਕਣ। ਕੁਰਸੀਆਂ ਬਾਲੀਆਂ ਵੱਡੀਆਂ, ਇਹਨਾਂ ਦੇ ਕੱਦ ਪਾਉਣੇ ਆ ਤੇ ਸਾਡੀ ਸਿਆਸਤ ਨੇ ਉੱਥੇ ਹੀ ਮਾਰ ਖਾਧੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ, ਉਹਨਾਂ ਦੀ ਗੱਲ ਕਹੀ ਜਾਂ ਪੰਜ ਸਿੰਘ ਸਾਹਿਬਾਨਾਂ ਦੀ ਗੱਲ ਕਹੀ, ਪੰਜਾਬ ਜਾਂ ਪੰਜਾਬ ਦਾ ਕੋਈ ਸਿਆਸਤਦਾਨ ਮੋੜ ਸਕਦਾ ਸੀ? ਹੁਣ ਕਿੱਥੇ ਖੜੇ ਆ ਅਸੀਂ? ਜਦੋਂ ਕਿਸੇ ਖਿੱਤੇ ਦੀ ਤੁਹਾਨੂੰ ਸਿਆਸਤ ਘੜਨੀ ਹੋਵੇ ਨਾ ਦੁਬਾਰਾ, ਉਸ ਵੇਲੇ ਜੇ ਅਸੀਂ ਕਹਿ ਦਈਏ ਕਾਲਜਸ ਦੀ, ਯੂਨੀਵਰਸਿਟੀਜ਼ ਦੇ ਯੂਥ ਦੀ ਸ਼ਮੂਲੀਅਤ ਤੋਂ ਬਿਨਾਂ ਅਸੀਂ ਘੜ ਲਾਂਗੇ, ਉਹ ਪੋਸੀਬਲ ਨਹੀਂ ਹੈ। ਕਾਰਾਂ ਦੀਪ ਸਿੱਧੂ ਦੇ ਉੱਪਰ ਕੋਈ ਐਸੇ ਕਾਨੂੰਨ ਲਾ ਕੇ, ਕੋਈ UAPA ਲਾ ਕੇ ਜਾਂ ਹੋਰਾਂ ਅਨੇਕ ਪ੍ਰਕਾਰ ਦੀਆਂ ਧਾਰਾਵਾਂ ਲਾ ਕੇ ਦੀਪ ਸਿੱਧੂ ਦੀ ਆਵਾਜ਼ ਨੂੰ ਦੱਬੇਗੀ। ਜੇ ਅੱਜ ਮੈਨੂੰ ਟਾਰਗੇਟ ਕਰ ਲਿਆ ਓਪਨ ਤੌਰ ਤੇ ਇਹਨਾਂ ਨੇ ਇੱਕ ਬੰਦਾ ਬਹੁਤ ਵੱਡਾ ਬਣਾ ਦੇਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਸ਼ੰਭੂ ਬਾਰਡਰ ਮੋਰਚੇ ਦੇ ਉੱਪਰ ਅੱਪੜਦੇ ਹਾਂ ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਜਦੋਂ ਅਸੀਂ ਬਿਲਕੁਲ ਹਰਿਆਣੇ ਵਾਲੇ ਪਾਸਿਓਂ ਪੰਜਾਬ ਦੇ ਵਿੱਚ ਪ੍ਰਵੇਸ਼ ਕਰਦੇ ਆ ਤੇ ਪੰਜਾਬ ਦੇ ਵਿੱਚ ਵੜਦਿਆਂ ਸਾਰ ਜਿਹੜਾ ਸ਼ੰਭੂ ਬਾਰਡਰ ਮੋਰਚਾ ਹੈ ਸਾਨੂੰ ਇੱਕ ਸੁਨੇਹਾ ਦੇ ਰਿਹਾ, ਭਾਵੇਂ ਇਹਨੂੰ ਜੇ ਸਿੱਧਾ ਠੇਠ ਬੋਲੀ ਦੇ ਵਿੱਚ ਕਹਿਣਾ ਪਵੇ ਤੇ ਸਾਡੀ ਹਿੱਕ ਦੇ ਵਿੱਚ ਵੱਜਦਾ ਹੈ। ਕੁਝ ਸੁਨੇਹਾ ਦੇ ਰਿਹਾ, ਕੁਝ ਮੈਸੇਜ ਦੇ ਰਿਹਾ। ਵੱਖਰੀ ਗੱਲ ਹੈ ਅਸੀਂ ਗੱਡੀ ਦੀ ਥੋੜੀ ਜਿਹੀ ਰੇਸ ਕਈ ਵਾਰੀ ਤੇਜ਼ ਕਰਕੇ ਚਲੇ ਜਾਂਦੇ ਆ। ਫਿਰ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜੇ ਬਾਗ ਦੇ ਵਿੱਚੋਂ ਗੁਜ਼ਰਨਾ ਹੋਵੇ ਤੇ ਬਾਗਾਂ ਦੀ ਖੁਸ਼ਬੂ ਲੈਣੀ ਹੋਵੇ ਤੇ ਬਾਗਾਂ ਦੇ ਵਿੱਚੋਂ ਗੱਡੀਆਂ ਤੇਜ਼ ਕਰਕੇ ਨਹੀਂ ਲੰਘਿਆ ਜਾਂਦਾ ਹੁੰਦਾ। ਥੋੜਾ ਜਿਹਾ ਹੌਲੀ ਚੱਲੀਏ ਤੇ ਸਾਨੂੰ ਬਾਗ ਦੀ ਖੁਸ਼ਬੂ ਦਾ ਵੀ ਪਤਾ ਲੱਗਦਾ, ਉਹਦੇ ਫੁੱਲਾਂ ਦਾ ਵੀ ਪਤਾ ਲੱਗਦਾ ਹੈ। ਥੋੜਾ ਹੌਲੀ ਲੰਘਿਆ ਕਰੋ, ਰੋਕ ਕੇ ਲੰਘਿਆ ਕਰੋ, ਘੱਟੋ ਘੱਟ ਸਾਨੂੰ ਪਤਾ ਲੱਗੇ ਵੀ ਇੱਥੋਂ ਕੀ ਦਿੱਤਾ ਜਾ ਰਿਹਾ ਹੈ, ਕਿ ਸਾਡੀ ਪੀੜ੍ਹੀ ਦੀ ਗੱਲ ਹੋ ਰਹੀ ਹੈ, ਕਿ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ, ਕਿ ਸਾਡੇ ਪਾਣੀਆਂ ਦੀ ਗੱਲ ਹੋ ਰਹੀ ਹੈ, ਕਿ ਸਾਡੀ ਬੋਲੀ ਦੀ ਗੱਲ ਹੋ ਰਹੀ ਹੈ, ਕਿ ਸਾਡੇ ਕਿਸਾਨੀ ਮਸਲੇ ਨੇ, ਇੱਥੋਂ ਗੱਲ ਛੇੜੀ ਜਾ ਰਹੀ ਹੈ। ਜੇ ਕਿਤੇ ਵੀ ਤੁਹਾਨੂੰ ਆਪਣਤ ਲੱਗਦੀ ਹੈ ਤੇ ਮੈਂ ਕਹਿੰਦਾ ਜ਼ਰੂਰ ਹਾਜ਼ਰੀਆਂ ਭਰੋ, ਆਓ ਤੇ ਬਾਕੀਆਂ ਨੂੰ ਵੀ ਦੱਸੋ। ਅੱਜ ਅਸੀਂ ਸ਼ੰਭੂ ਬਾਰਡਰ ਮੋਰਚੇ ਤੇ ਆਪਣਿਆ ਵੀਰ ਦੀਪ ਸਿੱਧੂ ਮੇਰੇ ਨਾਲ ਨੇ। ਅਕਸਰ ਇਹ ਮਾਈਕ ਤੇ ਬੋਲਦੇ ਬੜਾ ਥੋੜਾ ਸਮਾਂ ਹੁੰਦੇ ਨੇ, 10 ਕੁ ਮਿੰਟ ਬੋਲਦੇ ਨੇ, ਪਰ ਮੈਨੂੰ ਕਈ ਵਾਰੀ ਇੰਜ ਵੀ ਲੱਗਦਾ ਹੁੰਦਾ ਹੈ ਵੀ ਜੇ ਕੇਲੇ ਦੇ ਪੱਤੇ ਨੂੰ ਲਾਇਆ ਜਾਵੇ ਨਾ ਤੇ ਪੱਤੇ ਦੇ ਹੇਠੋਂ ਪੱਤਾ ਨਿਕਲਦਾ, ਪੱਤੇ ਦੇ ਹੇਠੋਂ ਪੱਤਾ ਨਿਕਲਦਾ। ਬਸ ਇਸੇ ਪ੍ਰਕਾਰ ਕਈ ਵਾਰੀ ਗੱਲਾਂ ਥੋੜੀਆਂ ਹੁੰਦੀਆਂ ਨੇ ਪਰ ਗੱਲ ਦੇ ਵਿੱਚੋਂ ਗੱਲ ਨਿਕਲਦੀ ਜਾਂਦੀ ਹੁੰਦੀ ਹੈ। ਬੜੇ ਸੁੰਦਰ ਢੰਗ ਦੇ ਨਾਲ ਸਾਡੇ ਨਾਲ ਗੱਲਬਾਤ ਕਰਦੇ ਨੇ, ਮਾਈਕ ਤੋਂ ਬੋਲਦੇ ਨੇ। ਆਓ ਦੀਪ ਸਿੱਧੂ ਵੀਰ ਨੂੰ ਮੈਂ ਤੁਹਾਡੇ ਰੂਬਰੂ ਕਰਵਾਉਣਾ ਵਾ ਤੇ ਗੱਲਾਂ ਬਾਤਾਂ ਕਰਦੇ ਹਾਂ ਮੋਰਚੇ ਦੇ ਸੰਬੰਧ ਵਿੱਚ। ਆਓ ਸਭ ਤੋਂ ਪਹਿਲਾਂ ਕਰੀਏ ਫਤਿਹ ਦੀ ਸਾਂਝ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਖੂ ਸਾਹਿਬ, ਦੀਪ ਸਿੱਧੂ ਵੀਰ ਜੀ, ਬੜਾ ਚੰਗਾ ਲੱਗਦਾ ਹੈ, ਕਈ ਦਿਨਾਂ ਤੋਂ ਤੁਸੀਂ ਅਗਵਾਈ ਕਰਦੇ ਪਏ ਹੋ ਔਰ ਇੱਥੋਂ ਇੱਕ ਵਧੀਆ ਮੈਸੇਜ ਜਾ ਰਿਹਾ ਆ ਪੰਜਾਬ ਦੇ ਮੁੱਦਿਆਂ ਦੀ ਗੱਲ। ਕਈ ਵਾਰੀ ਐਸਾ ਹੁੰਦਾ ਵੀ ਜੇ ਆਪਾਂ ਖੇਤੀ ਦੀ ਗੱਲ ਕਰੀਏ, ਇਹ ਤੇ ਸਾਰਿਆਂ ਨੂੰ ਪਤਾ ਹੈ, ਪਰ ਸਾਡੇ ਪੰਜਾਬ ਦੇ ਪਾਣੀ ਕਦੋਂ ਲੁੱਟੇ ਗਏ ਕਈ ਵਾਰੀ ਨਹੀਂ ਪਤਾ ਲੱਗਦਾ। ਇਹਨਾਂ ਮੁੱਦਿਆਂ ਤੇ ਅਨੇਕਾਂ ਬੁਲਾਰੇ ਆਉਂਦੇ ਨੇ, ਹਰ ਕੋਈ ਆਪੋ ਆਪਣੇ ਮੁੱਦੇ ਦਾ ਇੱਕ ਸਪੈਸ਼ਲਿਸਟ ਮੰਨ ਲਈਏ। ਕੋਈ ਪਾਣੀ ਦੀ ਗੱਲ ਕਰਦਾ ਹੈ, ਕੋਈ ਮਿੱਟੀ ਦੀ ਗੱਲ ਕਰਦਾ ਪਿਆ, ਅਨੇਕਾਂ ਮੁੱਦਿਆਂ ਦੀ ਗੱਲ ਕਰਦਾ ਹੈ। ਲੱਗਦਾ ਪਿਆ ਵੀ ਯੂਥ ਨੂੰ ਇੱਥੋਂ ਕਾਫੀ ਕੁਝ ਡਿਲੀਵਰ ਕਰਨ ਦੇ ਵਿੱਚ ਅਸੀਂ ਸક્ષਮ ਹੋ ਗਏ ਹਾਂ। ਮਖੂ ਸਾਹਿਬ, ਇੱਕ ਗੱਲ ਤਾਂ ਬੜੀ ਪਰਪੱਕਤਾ ਨਾਲ ਮੈਂ ਕਹਿ ਸਕਦਾ ਜੀ, ਅਸੀਂ ਖੁਦਮੁਖਤਿਆਰੀ ਦਾ ਮੈਸੇਜ ਜਿਹੜਾ ਵੀ ਪੰਜਾਬ ਦੇ ਫੈਸਲੇ ਚਾਹੇ ਉਹ ਪਾਣੀਆਂ ਦੇ ਹੋਣ, ਸਾਡੇ ਰਾਜਸੀ ਫੈਸਲੇ ਹੋਣ, ਖੇਤੀ ਨਾਲ ਸੰਬੰਧਿਤ ਹੋਣ, ਸਾਡੇ ਸਮਾਜਿਕ ਫੈਸਲੇ ਹੋਣ, ਇਹ ਪੰਜਾਬ ਨੂੰ ਲੈਣ ਦਾ ਹੱਕ ਆ ਜਾਂ ਇਹ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ। ਸਾਨੂੰ ਖੁਦਮੁਖਤਿਆਰੀ ਦਾ ਜਾਂ ਫੈਡਰਲ ਢਾਂਚੇ ਨੂੰ ਜਿਵੇਂ ਅਸੀਂ ਮੰਨਦੇ ਹਾਂ ਵੀ ਹੋਣਾ ਚਾਹੀਦਾ, ਉਹ ਸੁਨੇਹਾ ਤਾਂ ਇੱਥੋਂ ਦਿੱਤਾ ਜਾ ਰਿਹਾ ਜੀ। ਔਰ ਲਗਾਤਾਰਤਾ ਬਣੀ ਹੋਈ ਆ। ਤੁਸੀਂ ਵੀ ਆਏ, ਹੋਰ ਵੀ ਸ਼ਖਸੀਅਤਾਂ ਆਈਆਂ ਜਾਂ ਸਾਡੇ ਜਿਹੜੇ ਸੰਗਤ ਚੋਂ ਵੀ ਬੁਲਾਰੇ ਆਉਂਦੇ ਆ ਜਿਨ੍ਹਾਂ ਨੇ ਅਜੇ ਤੱਕ, ਕਈ ਇਹੋ ਜਿਹੇ ਬੁਲਾਰੇ ਆ ਉਹਨਾਂ ਨੇ ਕਦੇ ਸਟੇਜ ਤੋਂ ਕਦੇ ਬੋਲਿਆ ਹੀ ਨਹੀਂ ਸੀ, ਮੁਖਾਤਮ ਹੀ ਨਹੀਂ ਹੋਏ ਸੀ, ਪਰ ਜਦੋਂ ਅਸੀਂ ਉਹਨਾਂ ਨੂੰ ਵੀ ਅੱਜ ਸੁਣਦੇ ਆ ਜਿਹੜੇ ਵਲਵਲੇ ਉਹਨਾਂ ਦੇ ਅੰਦਰ ਆ, ਤਾਂ ਜਿਵੇਂ ਪੰਜਾਬ ਨੂੰ ਉਹ ਸਮਝਦੇ ਆ
ਜਾਂ ਜਿਹੜਾ ਅਹਿਸਾਸ ਆ, ਸੈਂਸ ਆਫ ਬਿਲੋਂਗਿੰਗ ਆ ਇਸ ਧਰਤੀ ਨਾਲ, ਉਹ ਬਾਕਮਾਲ ਆ। ਸੋ ਇਹੀ ਖੂਬਸੂਰਤੀ ਆ। ਔਰ ਅਗਲੀ ਗੱਲ ਮੈਂ ਕੀ ਕਹਿਣਾ ਚਾਹਣਾ ਜੀ, ਅਗਵਾਈ ਮੈਂ ਨਹੀਂ ਕਰ ਰਿਹਾ, ਅਗਵਾਈ ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਕਰ ਰਹੇ ਆ, ਹੱਥ ਉਹਨਾਂ ਦਾ। ਅਸੀਂ ਤਾਂ ਸੰਗਤ 'ਚ ਬੈਠੇ ਆ, ਜਿਵੇਂ ਆਪਾਂ ਸਾਰੇ ਸੰਗਤ ਅਗਵਾਈ ਕਰ ਰਹੀ ਆ, 10ਵੇਂ ਪਾਤਸ਼ਾਹ ਅਗਵਾਈ ਕਰ ਰਹੇ ਆ, ਤੇ ਤਾਂ ਹੀ ਤੁਸੀਂ ਦੇਖੋ, ਤੁਸੀਂ ਪਿਆਰ ਨਾਲ ਇੱਥੇ ਆ ਗਏ, ਤੁਹਾਡਾ ਰੂਹ ਤੇ ਤੁਹਾਡਾ ਦਿਲ ਖਿੱਚਿਆ ਤੁਰਿਆ ਆਉਂਦਾ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਰੂਹਾਂ ਦਾ ਆਸ਼ੀਰਵਾਦ ਸਾਡੇ ਤੇ ਬਣਿਆ ਹੋਇਆ, ਤੇ ਅਗਵਾਈ ਉਹਨਾਂ ਦੀ ਆ ਤੇ ਸੰਭਾਲ ਦੀ ਸੰਗਤ ਆ। ਔਰ ਇਹ ਪੱਕੀ ਗੱਲ ਆ। ਮੈਂ ਤਾਂ ਵਿੱਚ ਦੀ ਆਪਦੇ ਕੰਮ ਵੀ ਕਰਿਆ ਆਉਣਾ, ਵਿੱਚ ਦੀ ਕੋਈ ਮੀਟਿੰਗਸ ਆ ਉਹ ਵੀ ਕਰਿਆ ਆਉਣਾ, ਵਿੱਚ ਦੀ ਪੜ੍ਹਨ ਦਾ ਵੀ ਥੋੜਾ ਬਹੁਤ ਟਾਈਮ ਰੱਖਣਾ ਪੈਂਦਾ, ਐਕਸਰਸਾਈਜ਼ ਵੀ ਕਰਦਾ। ਜਿਵੇਂ ਅੱਜ ਮੈਂ ਕਰਨਾਲ ਗਿਆ ਸੀ ਤੇ ਉੱਥੇ ਮੈਨੂੰ ਕੋਈ ਆਪਦਾ ਕੰਮ ਸੀ ਜਿਹੜਾ ਮੇਰੀ ਕਿਰਤ ਨਾਲ ਸੰਬੰਧਿਤ ਆ, ਪਰ ਸੰਗਤ ਸੰਭਾਲ ਰਹੀ ਆ। ਸੰਗਤ ਹੀ ਇਸ ਮੋਰਚੇ ਦੀ ਜਿਹੜੀ ਬਿਊਟੀ ਕਹਿ ਲਓ ਤੁਸੀਂ, ਜਾਂ ਇਸ ਗੱਲ ਨੂੰ ਸਮਝੀ ਵੀ ਰੂਹ ਜਿਹੜੀ ਫੂਕੀ ਜਾਂਦੀ ਆ ਇੱਥੇ, ਉਹ ਸੰਗਤ ਫੂਕਦੀ ਆ ਜੀ ਇਹਦੇ 'ਚ। ਤੇ ਸੰਗਤ 'ਚ ਜਿਹੜੀ ਜਜ਼ਬਾ ਦਿਖਦਾ ਜਾਂ ਚਿਣਗਾ, ਉਹ ਗੁਰੂ ਸਾਹਿਬਾਨਾਂ ਦੀ ਲਾਈ ਹੋਈ ਆ ਜੀ। ਇਹਨੂੰ ਮੈਂ ਇੰਜ ਵੀ ਕਹਿ ਸਕਦਾ ਮੈਂ, ਜਿਵੇਂ ਤੁਸੀਂ ਦੱਸਿਆ ਵੀ ਜਿਹੜੀ ਬਿਊਟੀ ਇਸ ਮੋਰਚੇ ਦੀ, ਉਹ ਸੰਗਤ ਆਪ ਸਾਂਭਦੀ ਪਈ ਹੈ। ਤੁਹਾਨੂੰ ਲੱਗਦਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਅੱਜ ਦੀਪ ਸਿੱਧੂ ਵੀਰ ਫਿਰ ਵੀ ਕਿਤੇ ਨਾ ਕਿਤੇ ਅਗਵਾਈ ਤੇ ਕਰਦੇ ਨੇ, ਸਾਂਭ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਸ ਮੋਰਚੇ ਦੇ ਵਿੱਚੋਂ ਅਨੇਕਾਂ ਦੀਪ ਸਿੱਧੂ ਵੀਰ ਪੈਦਾ ਹੋਣਗੇ, ਅਨੇਕਾਂ ਆਗੂ ਪੈਦਾ ਹੋਣਗੇ। ਲੱਗ ਰਿਹਾ ਕਿ ਜੇ ਮੋਰਚੇ ਦੀ ਇੱਕ ਖੂਬਸੂਰਤੀ ਨੂੰ ਅਸੀਂ ਸੰਭਾਲਦੇ ਅਗਾਂਹ ਚੱਲੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਅਨੇਕਾਂ ਆਗੂ ਵੀ ਨਿਕਲ ਸਕਦੇ ਨੇ, ਜਿਹੜੇ ਕਿਤੇ ਨਾ ਕਿਤੇ ਸਾਡੀ ਸਿੱਖ ਸਿਆਸਤ ਦੀ ਗੱਲ ਵੀ ਕਰਨਗੇ। ਬਿਲਕੁਲ ਜੀ, ਸਿੱਖ ਸਿਆਸਤ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰਨਗੇ। ਸਾਡਾ ਇੱਕ ਟੀਚਾ ਹੀ ਇਹ ਆ, ਜੇ ਮੈਂ ਇਸ ਗੱਲ ਨੂੰ ਕਹਾਂ ਤਾਂ ਪੰਜਾਬ ਦੀ ਸਿਆਸਤ ਨੂੰ ਖੜੀ ਕਰਨਾ, ਤੇ ਪੰਜਾਬ ਦੀ ਸਿਆਸਤ ਦੇ ਨਾਲ ਨਾਲ ਇੱਕ ਕਲੈਕਟਿਵ ਲੀਡਰਸ਼ਿਪ ਨੂੰ ਖੜੀ ਕਰਨਾ। ਕਿਉਂਕਿ ਔਰ ਸਿਆਸਤ ਕਿਵੇਂ ਮੈਂ ਸਮਝਦਾ ਪੰਜਾਬ ਦੀ, ਸਾਡੀਆਂ ਸੰਸਥਾਵਾਂ ਸੀ ਜਿਹੜੀਆਂ, ਉਹਨਾਂ ਸੰਸਥਾਵਾਂ ਦਾ ਰਾਜਨੀਤਿਕਰਨ ਹੋ ਗਿਆ। ਜਦੋਂ ਸਾਡੀਆਂ ਸੰਸਥਾਵਾਂ ਦੇ ਜਿਹੜੇ ਮੁਖੀ ਹੁੰਦੇ ਸੀ, ਜੇ ਅਕਾਲੀ ਫੂਲਾ ਸਿੰਘ ਅਰਗੀਆਂ ਸ਼ਖਸੀਅਤਾਂ ਦੀ ਗੱਲ ਕਰੀਏ, ਤੇ ਉਹ ਸਿਆਸਤ ਦੇ ਉੱਤੇ ਕੁੰਡੇ ਦਾ ਕੰਮ ਕਰਦੇ ਸੀ। ਸਿਆਸਤ ਪੰਜਾਬ ਦੀ ਚੱਲਦੀ ਸੀ, ਪਰ ਉੱਤੇ ਕੁੰਡਾ ਕਿਹਦਾ ਹੁੰਦਾ ਸੀ? ਸਾਡੀਆਂ ਸੰਸਥਾਵਾਂ ਦਾ। ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੁੰਦੇ ਸੀ, ਜਾਂ SGPC, ਜਾਂ ਸਾਡੀਆਂ ਟਕਸਾਲਾਂ, ਹਨਾ। ਹੁਣ ਕੀ ਹੋ ਗਿਆ? ਉਹਨਾਂ ਸਿਆਸਤ ਜਿਹੜੇ ਸਾਡੀਆਂ ਸੰਸਥਾਵਾਂ ਤੇ ਜਿਹੜੇ ਮੁਖੀ ਬੈਠੇ ਆ, ਉਹਨਾਂ ਦੇ ਕੱਦ ਓਡੇ ਵੱਡੇ ਨਹੀਂ ਆ ਉਸ ਕੁਰਸੀਆਂ 'ਚ ਫਿੱਟ ਆ ਸਕਣ। ਕੁਰਸੀਆਂ ਬਾਲੀਆਂ ਵੱਡੀਆਂ, ਇਹਨਾਂ ਦੇ ਕੱਦ ਪਾਉਣੇ ਆ, ਤੇ ਸਾਡੀ ਸਿਆਸਤ ਨੇ ਉੱਥੇ ਹੀ ਮਾਰ ਖਾਧੀ। ਹੁਣ ਗੱਲ ਅਸੀਂ ਕੀ ਇੱਥੋਂ ਕੱਢਣੀ ਆ? ਪੂਰੇ ਇਸ ਅੰਦੋਲਨ 'ਚੋਂ ਮੈਨੂੰ ਲੱਗਦਾ ਪੰਜਾਬ ਨੂੰ ਉਹਨਾਂ ਸੰਸਥਾਵਾਂ ਦੇ ਉਹ ਮੁਖੀ ਵੀ ਕੱਢਣੇ ਚਾਹੀਦੇ ਆ, ਜਿਹੜੇ ਸਿਆਸਤ ਤੇ ਕੁੰਡੇ ਦਾ ਕੰਮ ਕਰਨ, ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲਿੰਕ ਨਾ ਹੋਵੇ, ਉਹਨਾਂ ਨੇ ਇਲੈਕਸ਼ਨ ਨਾ ਲੜਨੀ ਹੋਵੇ, ਤੇ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਹੋਵੇ ਉਹ ਬੰਦੇ ਉਹਨਾਂ ਸੰਸਥਾਵਾਂ ਤੋਂ ਆਪਦਾ ਸੇਧ ਲੈਣ। ਦੇਖੋ, ਇੱਕ ਸਿਆਸਤ ਦੀ ਇਹ, ਜਿਵੇਂ ਅੱਜ ਮੰਨ ਲਓ ਕਿਸੇ ਜ਼ਮਾਨੇ 'ਚ ਜਿਹੜੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀ, ਉਹਨਾਂ ਦੀ ਗੱਲ ਕਹੀ, ਜਾਂ ਪੰਜ ਸਿੰਘ ਸਾਹਿਬਾਨਾਂ ਦੀ ਗੱਲ ਕਹੀ, ਪੰਜਾਬ ਜਾਂ ਪੰਜਾਬ ਦਾ ਕੋਈ ਸਿਆਸਤਦਾਨ ਮੋੜ ਸਕਦਾ ਸੀ? ਹੁਣ ਕਿੱਥੇ ਖੜੇ ਹਾਂ ਅਸੀਂ? ਤਾਂ ਸਾਡੀ, ਜੇ ਅਸੀਂ ਕਹੀਏ ਸਿਆਸਤ, ਸੰਸਥਾਵਾਂ, ਫਿਰ ਸਿਆਸਤ, ਉਸ ਤੋਂ ਬਾਅਦ ਸਾਡੇ ਕਲੈਕਟਿਵ ਲੀਡਰਸ਼ਿਪ। ਜਿਵੇਂ ਤੁਸੀਂ ਕਿਹਾ ਵੀ ਹੋਰ ਵੀ ਆਪਾਂ ਆਗੂ ਕੱਢ ਸਕਦੇ ਹਾਂ, ਕੱਢ ਨਹੀਂ ਸਕਦੇ ਜੀ, ਕੱਢਣੇ ਆ। ਇੱਕ ਬੰਦਾ ਥਿੜਕ ਗਿਆ ਤਾਂ ਦੂਜਾ ਖੜਾ, ਦੂਜਾ ਥਿੜਕ ਗਿਆ ਤਾਂ ਅਗਲਾ ਖੜਾ। ਉਹ ਕਲੈਕਟਿਵ ਲੀਡਰਸ਼ਿਪ ਅਸੀਂ ਪੈਦਾ ਕਰਨੀ ਆ। ਤੇ ਗੱਲ ਇੱਥੋਂ ਸਿਰਫ ਇਹ ਨਹੀਂ ਆ ਵੀ ਮੈਂ ਕੋਈ ਪੋਲੀਟੀਕਲ ਗਰਾਊਂਡ ਤਿਆਰ ਕਰ ਰਿਹਾ। ਕਿੱਡੀ ਛੋਟੀ ਗੱਲ ਆ ਇਹ, ਜੇ ਇਹਨੂੰ ਸਮਝਿਆ ਜਾਵੇ। MLA MP ਕੋਈ ਹੈਸੀਅਤ ਆ? ਜੇ ਅਸੀਂ ਐਂ ਬਣ ਜਾਈਏ ਤਾਂ ਉੱਥੇ ਮੇਰੀ ਕੋਈ ਹੈਸੀਅਤ ਰਹਿ ਜਾਊਗੀ? ਬਦਨਾਮ ਹੋ ਜਾਊਗਾ। ਮੋਰਚਾ ਕਹਿ ਦੇਣਗੇ ਵੀ ਵੇਚ ਦਿੱਤਾ ਗਿਆ। ਬਿਲਕੁਲ ਜੀ। ਤਾਂ ਸਾਡਾ ਮਕਸਦ MLA MP ਬਣਨਾ ਨਹੀਂ ਆ। ਸਾਡਾ ਮਕਸਦ ਆ ਉਹਦੇ ਪੰਜਾਬ ਨਾਲ, ਸਾਡੇ ਲੋਕਾਂ ਨਾਲ, ਤੇ ਸਾਡੀ ਧਰਤੀ ਨਾਲ ਵਫਾਦਾਰੀ ਨਿਭਾਉਣਾ। ਹੁਣ ਉਹ ਵਫਾਦਾਰੀ ਨਿਭਾਉਣ ਵਾਸਤੇ ਸਾਨੂੰ ਬਹੁਤ ਪਹਿਲੂਆਂ ਤੇ, ਬਹੁਤ ਜਿਹੜੇ ਵੱਖਰੇ ਤੁਸੀਂ ਕਹਿ ਲਓ ਵੀ ਉਹਦੇ ਇਸ ਪੰਜਾਬ ਨਾਲ, ਸਾਡੀ ਧਰਤੀ ਨਾਲ ਸੰਬੰਧ ਰੱਖਦੇ ਪਹਿਲੂ ਆ। ਚਾਹੇ ਧਰਮ ਵੀ ਆ ਉਹਦੇ 'ਚ ਆਉਂਦਾ, ਸਾਡੀ ਸਿਆਸਤ ਵੀ ਉਹਦੇ 'ਚ ਆਉਂਦੀ ਆ, ਸਾਡੀ ਕਲੈਕਟਿਵ ਲੀਡਰਸ਼ਿਪ ਵੀ ਆਉਂਦੀ ਆ, ਤੇ ਨੈਤਿਕਤਾ ਵੀ ਆਉਂਦੀ ਆ ਉਹਦੇ 'ਚ। ਜਦੋਂ ਤੱਕ ਸਾਡੇ ਕੋਲੇ ਅਸੀਂ ਇਹ ਕਹਿ ਲਈਏ ਆਤਮਿਕ ਬਲ ਨਹੀਂ ਹੋਊਗਾ,
ਆਤਮਿਕ ਗਿਆਨ ਨਹੀਂ ਹੋਊਗਾ ਜੇ ਅਸੀਂ ਕਹਿ ਦਾਂਗੇ ਅਸੀਂ ਬਹੁਤ ਕੁਝ ਚੰਗਾ ਕਰ ਲਾਂਗੇ ਜਾਂ ਅਸੀਂ ਪੰਜਾਬ ਨੂੰ ਬਦਲ ਦਾਂਗੇ, ਨਹੀਂ ਬਦਲ ਸਕਦੇ। ਸੋ ਇਹ ਸਭ ਕੁਝ ਸੁਨੇਹਾ ਦੇਣਾ, ਇਹੀ ਨੈਰੇਟਿਵ ਪੈਦਾ ਕਰਨਾ, ਤੇ ਉਸ ਨੈਰੇਟਿਵ ਦੇ ਥਰੂ ਇੱਥੇ ਕਲੈਕਟਿਵ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਆ, ਤੇ ਆਪਾਂ ਕਰਾਂਗੇ ਜੀ। ਜਿਵੇਂ ਤੁਸੀਂ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮੋਰਚੇ ਦੇ ਵਿੱਚੋਂ ਵਧੀਆ ਆਗੂ ਕੱਢਾਂਗੇ, ਜਿਹੜੇ ਪੰਜਾਬ ਦੀ ਗੱਲ ਕਰਨਗੇ, ਸਾਡੇ ਸੱਭਿਆਚਾਰ ਦੀ ਗੱਲ ਕਰਨਗੇ, ਸਿਆਸਤ ਦੀ ਗੱਲ ਕਰਨਗੇ। ਪਰ ਜੇ ਅਸੀਂ ਥੋੜ੍ਹਾ ਜਿਹਾ ਬਾਬਾ ਜਰਨੈਲ ਸਿੰਘ ਦਾ ਵੇਲਾ ਲਈਏ ਤੇ ਉਸ ਸਮੇਂ ਸਾਡੇ ਜੇ ਕਾਲਜ ਦੀ ਗੱਲ ਕਰੀਏ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸੀ। ਅੱਜ SOI ਤੇ ਸਾਨੂੰ ਦਿਸਦੀ ਪਈ ਹੈ ਕਾਲਜ ਦੇ ਵਿੱਚ, ਪਰ ਸਾਡੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਉਹ ਖਤਮ ਹੋ ਗਈ। ਉਹ ਬਣਾਈ ਇਸ ਕਰਕੇ ਸੀ ਵੀ ਪੰਜਾਬ ਦਾ ਯੂਥ ਸਾਂਭਿਆ ਜਾਵੇ, ਨੌਜਵਾਨ ਸਾਂਭਿਆ ਜਾਵੇ। ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੋਰਚੇ ਤੋਂ ਬਾਅਦ ਅਸੀਂ ਕਿਸੇ ਕਾਲਜ ਯੂਨੀਵਰਸਿਟੀ ਵਾਲੇ ਪਾਸੇ ਵੀ ਆਪਣਾ ਰੁਖ ਕਰਾਂਗੇ। ਇਹ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਜੀ। ਦੇਖੋ, ਜਦੋਂ ਕਿਸੇ ਖਿੱਤੇ ਦੀ ਤੁਹਾਨੂੰ ਸਿਆਸਤ ਘੜਨੀ ਹੋਵੇ ਨਾ ਦੁਬਾਰਾ, ਉਸ ਵੇਲੇ ਜੇ ਅਸੀਂ ਕਹਿ ਦਈਏ ਕਾਲਜਸ ਦੀ, ਯੂਨੀਵਰਸਿਟੀਜ਼ ਦੇ ਯੂਥ ਦੀ ਸ਼ਮੂਲੀਅਤ ਤੋਂ ਬਿਨਾਂ ਅਸੀਂ ਘੜ ਲਾਂਗੇ, ਉਹ ਪੋਸੀਬਲ ਨਹੀਂ ਹੈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸੇ ਮਕਸਦ ਲਈ ਬਣਾਈ ਗਈ ਸੀ, ਪੰਜਾਬ ਨੂੰ ਆਪਦੀ ਸਿਆਸਤ ਤੇ ਸਿਆਸਤ ਦੀ ਕਲੈਕਟਿਵ ਲੀਡਰਸ਼ਿਪ ਦਿੱਤੀ ਜਾ ਸਕੇ। ਅਗਲੀ ਗੱਲ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਸ ਵੇਲੇ ਖਾੜਕੂ ਸਿੰਘਾਂ ਦੇ ਨਾਲ ਸੰਘਰਸ਼ 'ਚ ਸ਼ਾਮਲ ਹੋ ਗਈ। ਕਿਤੇ ਨਾ ਕਿਤੇ ਸਰਕਾਰ ਨੇ ਜਾਂ ਅਸੀਂ ਸਟੇਟ ਨੇ ਕਹਿ ਲਈਏ, ਉਸ ਸੰਸਥਾ ਨੂੰ ਵੀ ਦਬਾਤਾ। ਪਰ ਅੱਜ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੰਡੇ ਜਾਂ ਸਾਡੇ ਸਿੱਖਾਂ ਦੇ ਜਿਹੜੇ ਤੁਸੀਂ ਇਹ ਕਹਿ ਲਓ ਨੁਮਾਇੰਦੇ ਬਣ ਸਕਦੇ ਆ, ਸਿੱਖ ਸਿਆਸਤ ਦੇ ਨੁਮਾਇੰਦੇ ਬਣ ਸਕਦੇ ਆ, ਉਹ ਬੈਠੇ ਆ ਸਾਡੇ ਕੋਲੇ। ਇਮਾਨਦਾਰ ਵੀ ਆ, ਇੰਟੈਲੈਕਚੁਅਲ ਵੀ ਆ, ਤੇ ਰਾਜਸੀ ਤੇ ਸੋਸ਼ਲ ਸਮਝ ਵੀ ਰੱਖਦੇ ਆ, ਤੇ ਆਤਮਿਕ ਗਿਆਨ ਵੀ ਆ ਉਹਨਾਂ ਅੰਦਰ। ਸਾਡਾ ਮਕਸਦ ਹੀ ਇਹ ਆ, ਇਕੱਲਾ ਮੋਰਚੇ ਦਾ ਨਹੀਂ, ਸਾਡੇ ਅੰਦੋਲਨ ਦਾ ਮਕਸਦ ਇਹ ਹੋਣਾ ਚਾਹੀਦਾ, ਪੰਜਾਬ ਨੂੰ ਉਹਦੀ ਸਿਆਸਤ ਖੜੀ ਕਰਕੇ ਦਈਏ। ਇਹ ਸਾਡੀ ਨੀਡ ਹੈ ਇਸ ਵੇਲੇ। ਜੇ ਇਸ ਗੱਲ ਤੋਂ ਅਸੀਂ ਭੱਜਾਂਗੇ ਤਾਂ ਮੈਨੂੰ ਲੱਗਦਾ ਅਸੀਂ ਕਿਤੇ ਨਾ ਕਿਤੇ ਵਫਾਦਾਰੀ ਨਹੀਂ ਕਰ ਰਹੇ ਪੰਜਾਬ ਨਾਲ ਤੇ ਪੰਜਾਬ ਦੇ ਲੋਕਾਂ ਨਾਲ। ਪਰ ਇਹ ਪ੍ਰਾਇਰਟਾਈਜ਼ ਵੀ ਕਰਨਾ ਪਊਗਾ। ਸਾਡੀ ਅੱਜ ਦੀ ਪ੍ਰਾਇਰਟੀ ਆ ਜਿਹੜੀ, ਉਹ ਆ ਕਿਸਾਨੀ ਦੇ ਹੱਕਾਂ ਲਈ ਲੜਨਾ, ਮਜ਼ਦੂਰਾਂ ਦੇ ਹੱਕਾਂ ਲਈ ਲੜਨਾ, ਤੇ ਉਹ ਇਸ ਲੜਾਈ ਨੂੰ ਉੱਥੇ ਫੋਕਸ ਕਰਨਾ। ਨਾਲ ਨਾਲ ਹਜੇ ਬਥੇਰੇ ਸੰਘਰਸ਼ ਲੜਨੇ ਆਪਾਂ, ਬੜੀਆਂ ਅੱਗੇ ਜਾ ਕੇ ਅਸੀਂ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਆਵਾਜ਼ਾਂ ਬੁਲੰਦ ਕਰਨੀਆਂ, ਤੇ ਇਹ ਪ੍ਰੋਸੈਸ ਸਾਡਾ ਚੱਲਦਾ ਰਹੇ। ਇੱਥੋਂ ਇਹ ਨਾ ਹੋਵੇ ਵੀ ਇੱਕ ਦੀਪ ਸਿੱਧੂ MLA ਜਾਂ MP ਦੀ ਟਿਕਟ ਲੈ ਕੇ ਲੜ ਪਿਆ, ਉਹ ਤਾਂ ਫਿਰ ਖਤਮ ਹੋ ਗਿਆ ਸੀ। ਫਿਰ ਮੇਰਾ ਇੱਥੇ ਬੈਠਣ ਦਾ ਤੇ ਤੁਹਾਡਾ ਸਾਰਿਆਂ ਦਾ ਆਉਣ ਦਾ ਕੋਈ ਫਾਇਦਾ ਨਹੀਂ। ਸੋ ਸਾਡਾ ਟੀਚਾ ਵੱਡਾ ਹੋਣਾ ਚਾਹੀਦਾ। ਅਸੀਂ ਮਿੱਥ ਕੇ ਚੱਲੀਏ ਵੀ ਪੰਜਾਬ ਨੂੰ ਖੜਾ ਕਰਨਾ, ਉਸ ਸਿਆਸਤ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਾਂ ਸਾਡੀ ਖੁਦਮੁਖਤਿਆਰੀ ਦੀ ਲੜਾਈ ਨੂੰ ਜਾਂ ਉਸ ਸਾਡੇ ਨੈਰੇਟਿਵ ਨੂੰ ਬੁਲੰਦ ਕਰਨ ਵਾਸਤੇ ਜੋ ਕਰਨਾ ਪਿਆ, ਉਹ ਸਾਨੂੰ ਸਾਰਿਆਂ ਨੂੰ ਕਲੈਕਟਿਵਲੀ ਕਰਨਾ ਚਾਹੀਦਾ। ਦੀਪ ਸਿੱਧੂ ਗੱਲ ਕਰਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ, ਦੀਪ ਸਿੱਧੂ ਗੱਲ ਕਰਦਾ ਆਨੰਦਪੁਰ ਦੇ ਮਤੇ ਦੀ, ਦੀਪ ਸਿੱਧੂ ਗੱਲ ਕਰਦਾ ਪੰਜਾਬ ਦੇ ਪਾਣੀਆਂ ਦੀ, ਦੀਪ ਸਿੱਧੂ ਗੱਲ ਕਰਦਾ ਪੰਜਾਬ ਦੀ ਬੋਲੀ ਦੀ। ਇਹ ਸਾਰੇ ਉਹ ਮੁੱਦੇ ਨੇ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਬੁਰੀ ਤਰ੍ਹਾਂ ਦਬਾਇਆ ਹੋਇਆ ਹੈ। ਕਿਤੇ ਐਸਾ ਤਾਂ ਨਹੀਂ ਹੋਵੇਗਾ ਕਿ ਦੀਪ ਸਿੱਧੂ ਇਹਨਾਂ ਮੁੱਦਿਆਂ ਦੀ ਗੱਲ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੀਪ ਸਿੱਧੂ ਦੇ ਉੱਪਰ ਕੋਈ ਐਸੇ ਕਾਨੂੰਨ ਲਾ ਕੇ, ਕੋਈ UAPA ਲਾ ਕੇ ਜਾਂ ਹੋਰਾਂ ਅਨੇਕ ਪ੍ਰਕਾਰ ਦੀਆਂ ਧਾਰਾਵਾਂ ਲਾ ਕੇ ਦੀਪ ਸਿੱਧੂ ਦੀ ਆਵਾਜ਼ ਨੂੰ ਦੱਬੇਗੀ? ਕਿਤੇ ਐਸਾ ਸੰਕੇਤ ਆਉਂਦਾ ਹੈ? ਦੇਖੋ, ਇਹ ਗੱਲ ਵੀ ਪੱਕੀ ਆ ਵੀ ਹਜੇ ਤੱਕ ਮੈਨੂੰ ਸਹਿ ਰਹੇ ਆ ਇਹਦੇ 'ਚ ਦੋ ਕਾਰਨ ਹੋ ਸਕਦੇ ਆ ਜੀ। ਪਹਿਲੀ ਗੱਲ ਤਾਂ ਇਹ ਆ, ਜਦੋਂ ਆਪਾਂ ਮੰਨ ਲਓ ਅੱਜ ਸੰਤਾਂ ਦੀ ਗੱਲ ਕਰਦੇ ਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ, ਜਾਂ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਦੇ ਆ, ਜਾਂ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ, ਸਾਡੇ ਇਤਿਹਾਸ, ਸਾਡੀ ਮਾਂ ਬੋਲੀ ਦੀ ਗੱਲ ਕਰਦੇ ਆ, ਅੱਜ ਕਿਸਾਨੀ ਦੀ ਗੱਲ ਕਰਦੇ ਆ, ਇਹ ਗੱਲਾਂ ਬਹੁਤ ਚੁੱਭਦੀਆਂ ਇਹਨਾਂ ਦੇ। ਪਰ ਇਹਨਾਂ ਨੂੰ ਇਹ ਵੀ ਪਤਾ ਵੀ ਜੇ ਅੱਜ ਮੈਨੂੰ ਟਾਰਗੇਟ ਕਰ ਲਿਆ ਓਪਨ ਤੌਰ ਤੇ ਇਹਨਾਂ ਨੇ ਇੱਕ ਬੰਦਾ ਬਹੁਤ ਵੱਡਾ ਬਣਾ ਦੇਣਾ। ਦੇਖੋ, ਪ੍ਰੈਕਟੀਕਲੀ ਗੱਲਾਂ ਨੂੰ ਵੀ ਸਮਝਣਾ, ਅੱਜ ਦੀ ਰਿਐਲਿਟੀ ਕੀ ਹੈ ਇਹਨੂੰ ਵੀ ਸਮਝਣਾ ਪੈਣਾ। ਸੋ ਮੈਨੂੰ ਟਾਰਗੇਟ ਕਰਨਗੇ, ਪਰ ਮੈਨੂੰ ਟਾਰਗੇਟ ਇਸ ਢੰਗ ਨਾਲ ਕਰਨਗੇ ਵੀ ਇਸ ਬੰਦੇ ਨੂੰ ਬਦਨਾਮ ਕਰ ਦਿਓ ਕਿਸੇ ਨਾ ਕਿਸੇ ਢੰਗ 'ਚ। ਮੈਂ ਕਹਿੰਦਾ ਮੇਰੇ ਤੇ ਚਾਹੇ UAPA ਦੀਆਂ ਪ੍ਰੋਵੀਜ਼ਨਸ ਲਾ ਦੇਣ, ਕੇਸ ਪਾ ਦੇਣ, ਬਦਨਾਮ ਕਰ ਦੇਣ, ਉਹਨੂੰ ਵੀ ਆਪਾਂ ਨਜਿੱਠ ਲਾਂਗੇ, ਕੋਈ ਨਹੀਂ, ਰੱਬ ਸੁੱਖ ਰੱਖੇ। ਕਿਉਂਕਿ ਜਦੋਂ ਸੱਚਾਈ ਤੁਹਾਡੇ ਅੰਦਰ ਹੁੰਦੀ ਆ, ਅਕਾਲ ਪੁਰਖ ਬਹੁਤ ਵੱਡੀ ਇੱਕ ਤਾਕਤ ਆ ਜਿਹੜੀ ਤੁਹਾਨੂੰ ਪ੍ਰੋਟੈਕਟ ਕਰ ਰਹੀ ਹੁੰਦੀ ਆ, ਤਾਂ ਮਾਰਨ ਵਾਲੇ ਤੋਂ ਬਚਾਉਣ ਵਾਲਾ ਬਾਹਲਾ ਵੱਡਾ ਹੁੰਦਾ। ਇਹ ਮੇਰਾ ਪੂਰਨ ਵਿਸ਼ਵਾਸ ਹੈ ਜੀ।
ਔਰ ਆਪਣੇ ਪਿੱਛੇ ਵੀ ਕੋਈ ਨਹੀਂ ਬੈਠਾ, ਆਪਣੇ ਸਿਰਫ ਅਕਾਲ ਪੁਰਖ ਬੈਠਾ ਤੇ ਉਹ ਆਪਾਂ ਨੂੰ ਪ੍ਰੋਟੈਕਟ ਕਰ ਰਿਹਾ। ਪਰ ਮੈਂ ਨਾਲ ਨਾਲ ਇਹ ਕਹਿਣਾ ਵੀ ਅਸੀਂ ਕਲੈਕਟਿਵ ਲੀਡਰਸ਼ਿਪ ਪੈਦਾ ਕਰੀਏ। ਮੈਨੂੰ ਮੰਨ ਲਓ ਸਿੱਟ ਵੀ ਲਿਆ ਤਾਂ ਇਹ ਸੰਘਰਸ਼ ਨਾ ਰੁਕੇ, ਇਹ ਸੰਘਰਸ਼, ਇਹ ਆਵਾਜ਼ ਨਾ ਰੁਕੇ, ਇਹ ਬੁਲੰਦੀ ਰਹੇ। ਇੰਡੀਵਿਜੂਅਲਸ ਨੂੰ ਟਾਰਗੇਟ ਕਰਦੀ ਆ ਸਰਕਾਰ। ਹੁਣ ਸਰਕਾਰ ਨੇ ਮਾਸ ਲੈਵਲ ਤੇ ਸਾਨੂੰ ਟਾਰਗੇਟ ਨਹੀਂ ਕਰਨਾ, ਕਿਉਂਕਿ ਉਹਨਾਂ ਨੂੰ ਪਤਾ ਦਬਾਅ ਐਡਾ ਵੱਧ ਜੂਗਾ ਇੰਟਰਨੈਸ਼ਨਲ ਕਮਿਊਨਿਟੀ ਤੋਂ, ਜਾਂ ਪੰਜਾਬੀ ਜਿਵੇਂ ਇੰਟਰਨੈਸ਼ਨਲੀ ਬੈਠੇ ਆ ਅਸੀਂ, ਬਹੁਤ ਵੱਡਾ ਦਬਾਅ ਵੱਧ ਜੂਗਾ। ਸੋ ਸਾਨੂੰ ਹੁਣ ਮਾਸ ਲੈਵਲ ਤੇ ਟਾਰਗੇਟ ਕਿਵੇਂ ਕਰਦੇ ਆ, ਸਾਨੂੰ ਅਸਿਮੀਲੇਟ ਕਰਦੇ ਆ, ਆਪਦੇ ਚ ਮਿਲਾਉਂਦੇ ਆ, ਆਪਦੇ ਫਲਸਫੇ ਚ ਮਿਲਾਉਂਦੇ ਆ। ਪਰ ਜੇ ਆਵਾਜ਼ਾਂ ਨੂੰ ਬੰਦ ਕਰਨਾ ਹੋਵੇ ਤਾਂ ਇੰਡੀਵਿਜੂਅਲਸ ਨੂੰ ਟਾਰਗੇਟ ਕਰਦੇ ਆ। ਸੋ ਸਰਕਾਰ ਦੀਆਂ ਨੀਤੀਆਂ, ਸਰਕਾਰ ਕੰਮ ਕਿਵੇਂ ਕਰ ਰਹੀ ਆ, ਆਵਾਜ਼ਾਂ ਨੂੰ ਦਬਾ ਕਿਵੇਂ ਰਹੀ ਆ, ਇਸ ਗੱਲ ਨੂੰ ਵੀ ਸਮਝਣਾ। ਨਾਲ ਨਾਲ ਅਸੀਂ ਉਹ ਰਣਨੀਤੀ ਦੇ ਖਿਲਾਫ ਆਪਦੀ ਰਣਨੀਤੀ ਕੀ ਘੜਨੀ ਆ, ਸਰਕਾਰ ਦੀ ਮਾਨਸਿਕਤਾ ਤੇ ਉਹਦੀ ਤਾਸੀਰ ਨੂੰ ਸਮਝ ਕੇ ਫਿਰ ਸਾਨੂੰ ਵੀ ਤਿਆਰ ਰਹਿਣਾ ਚਾਹੀਦਾ। ਸੋ ਇਸ ਕਰਕੇ ਇੱਕ ਦੀਪ ਸਿੱਧੂ ਨਾ ਹੋਵੇ ਜਾਂ ਇੱਕ ਸਰਦਾਰ ਹਰਪ੍ਰੀਤ ਸਿੰਘ ਮਖੂ ਨਾ ਹੋਣ। ਮੈਨੂੰ ਲੱਗਦਾ ਸਾਨੂੰ ਬਹੁਤ ਸਿਰ ਪੈਦਾ ਕਰਨੇ ਪੈਣੇ ਆ, ਤੇ ਸਿਰ ਜਿਹੜੇ ਆ ਕੇ ਇੱਕ ਬੰਦਾ ਲੈ ਕੇ ਕੋਈ ਨਹੀਂ ਦੂਜਾ ਖੜਾ, ਮਲਟੀ ਹੈਡ ਦੀ ਗੱਲ ਕਰ ਲਈਏ। ਬਿਲਕੁਲ। ਸੋ ਕਲੈਕਟਿਵ ਲੀਡਰਸ਼ਿਪ ਪੈਦਾ ਕਰਨੀ ਬਹੁਤ ਵੱਡੀ ਜ਼ਰੂਰਤ ਆ ਸਾਡੀ ਅੱਜ ਦੀ ਜੀ। ਬਿਲਕੁਲ ਦੀਪ ਸਿੱਧੂ ਜੀ, ਜਦੋਂ ਅਸੀਂ ਗੱਲ, ਵੈਸੇ ਕਿਸੇ ਨਾਲ ਮੈਂ ਕੰਪੈਰੀਜ਼ਨ ਨਹੀਂ ਕਰਦਾ, ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਪੁਰਖਿਆਂ ਕੋਲੋਂ, ਮਹਾਤਮਾਵਾਂ ਦੇ ਕੋਲੋਂ, ਗੁਰੂਆਂ ਦੇ ਇਤਿਹਾਸ ਦੇ ਵਿੱਚੋਂ ਕੁਛ ਨਾ ਕੁਛ ਲੱਭਦਾ। ਮੈਂ ਇੱਕ ਘਟਨਾ ਪੜ੍ਹ ਰਿਹਾ ਸਾਂ ਕਿ ਮਹਾਤਮਾ ਬੁੱਧ ਨੂੰ ਕਿਸੇ ਨੇ ਕਹਿ ਦਿੱਤਾ ਸੀ ਕਿ ਤੈਨੂੰ ਮਾਰ ਦਿਆਂਗੇ, ਤੇਰੀ ਆਵਾਜ਼ ਦਬਾ ਦਿਆਂਗੇ। ਉਹ ਕਹਿੰਦੇ ਵੀ ਅੱਜ ਮੈਂ ਇਕੱਲਾ ਬੋਲਦਾ, ਮੈਂ ਜੇ ਤੁਸੀਂ ਮੈਨੂੰ ਮਾਰ ਦਿਓਗੇ ਤੇ ਮੈਂ ਹਰ ਇੱਕ ਭਿਕਸ਼ੂ ਦੇ ਵਿੱਚੋਂ ਬੋਲਾਂਗਾ। ਉਹਦੇ ਅਰਥ ਸੀ ਕਿ ਮੈਂ ਆਪਣੇ ਵਰਗੇ ਅਨੇਕਾਂ ਤਿਆਰ ਕਰ ਚੁੱਕਾ ਵਾਂ, ਜੇ ਤੁਸੀਂ ਮੈਨੂੰ ਖਤਮ ਵੀ ਕਰ ਦਿੰਦੇ ਹੋ ਤੇ ਉਸ ਤੋਂ ਬਾਅਦ ਆਵਾਜ਼ ਕਈ ਗੁਣਾ ਅੱਗੇ ਵਧੇਗੀ। ਵੀ ਇਹਨੂੰ ਆਪਾਂ ਇੰਝ ਸਮਝ ਸਕਦੇ ਹਾਂ ਵੀ ਜੇ ਦੀਪ ਸਿੱਧੂ ਦੇ ਉੱਪਰ UAPA ਲੱਗ ਜਾਂਦੀ ਹੈ ਜਾਂ ਸਰਕਾਰ UAPA ਨਾਲ ਹੋਰ ਕਿਸੇ ਤਰੀਕੇ ਨਾਲ ਦੱਬਣ ਦਾ ਯਤਨ ਕਰਦੀ ਹੈ ਤੇ ਮੋਰਚਾ ਖਤਮ ਨਹੀਂ ਹੋਏਗਾ, ਦੱਬਿਆ ਨਹੀਂ ਜਾਏਗਾ, ਉਛਲ ਕੇ ਜ਼ਿਆਦਾ ਆਏਗਾ ਬਾਹਰ, ਐਕਸ਼ਨ ਦਾ ਰਿਐਕਸ਼ਨ ਆਏਗਾ। ਇਹ ਪ੍ਰਤੱਖ ਗੱਲ ਹੈ ਜੀ, ਇਹ ਪ੍ਰਤੱਖ ਰੂਪ 'ਚ ਤੁਹਾਡੇ ਸਾਹਮਣੇ ਆ ਜੂਗੀ ਇਹ ਗੱਲ। ਜੇ ਕਿਤੇ ਕੋਈ ਬੰਦਾ ਵੀ, ਕੱਲਾ ਮੈਂ ਨਹੀਂ, ਆਪਣੇ 'ਚ ਕੋਈ ਵੀ ਬੰਦਾ ਇੱਥੋਂ ਉਹਨਾਂ ਨੇ ਐਕਸ਼ਨ ਲੈ ਲਿਆ, ਇਸ ਮੋਰਚੇ 'ਚੋਂ ਜੋ ਆਵਾਜ਼ ਪੈਦਾ ਹੋਊਗੀ, ਇਸ ਮੋਰਚੇ 'ਚ ਜੋ ਜਜ਼ਬਾ ਪੈਦਾ ਹੋਊਗਾ, ਉਹ ਫਿਰ ਇਤਿਹਾਸ ਰਚੂਗਾ। ਇਹ ਮੇਰੀ ਪੂਰਨ ਤੌਰ ਤੇ ਮੈਂ ਕਹਿ ਲਾਂ ਵੀ ਮੈਨੂੰ ਇਸ ਗੱਲ ਦੀ ਪੂਰਨ ਤੌਰ ਤੇ ਸਮਝ ਆ। ਅੱਜ ਮੰਨ ਲਓ ਮੇਰੇ ਤੇ ਟਾਰਗੇਟ ਕਰਦੇ ਆ, ਕਿਸੇ ਤੇ ਵੀ ਟਾਰਗੇਟ ਕਰਦੇ ਆ, ਅਸੀਂ ਸਾਰੇ ਜਿਵੇਂ ਖੜੇ ਹੋ ਜਾਾਂਗੇ, ਆਪਦੀ ਆਵਾਜ਼ ਬੁਲੰਦ ਕਰਾਂਗੇ। ਹੁਣ ਇੱਕ ਹੋਰ ਗੱਲ ਆ ਜਿਹੜੀ ਇਸੇ ਸਵਾਲ 'ਚੋਂ ਮੇਰੇ ਦਿਮਾਗ 'ਚ ਆਈ ਹੈ ਜੀ। ਦੇਖੋ, ਅਸੀਂ ਆਪਦੀ ਲੜਾਈ ਲੜਨੀ ਆ। ਸੰਤਾਂ ਨੂੰ ਟਾਰਗੇਟ ਕੀਤਾ ਗਿਆ, ਸੰਤਾਂ ਨੂੰ ਬਦਨਾਮ ਕੀਤਾ ਗਿਆ, ਕਿਉਂਕਿ ਸ਼ਹਾਦਤ ਪਹਿਲਾਂ ਤਾਂ ਉਹਨਾਂ ਦੀ ਆਵਾਜ਼ ਜੇ ਮੰਜੀ ਸਾਹਿਬ ਤੋਂ ਉੱਠਦੀ ਸੀ ਤਾਂ ਦਿੱਲੀ ਤੱਕ ਜਾਂਦੀ ਸੀ ਤੇ ਦਿੱਲੀ ਕੰਬਦੀ ਸੀ। ਹੁਣ ਉਹਨਾਂ ਦੀ ਸ਼ਹਾਦਤ ਦੇ ਜਲਾਉਣ ਨੂੰ ਵੀ ਨਹੀਂ ਇਹ ਸਹਾਰ ਸਕੇ, ਉਹ ਤੋਂ ਵੀ ਡਰਦੇ ਰਹੇ। ਕਿੱਡੀਆਂ ਕਹਾਣੀਆਂ ਬਣਾਈਆਂ ਦੇਖੋ ਵੀ ਉਹਨਾਂ ਨੂੰ ਤਾਂ ਗ੍ਰਿਫਤਾਰ ਕਰਕੇ ਮਾਰਤਾ ਸੀ, ਉਹਨਾਂ ਨੂੰ ਤਾਂ ਅਸੀਂ ਸਰੈਂਡਰ ਕਰਾਤਾ ਸੀ, ਬੜੀਆਂ ਕਹਾਣੀਆਂ ਬਣੀਆਂ। ਸ਼ਹਾਦਤ ਦਾ ਜਲਾਉ ਵੀ ਡਰਾਉਂਦਾ ਇਹਨਾਂ ਨੂੰ। ਫਿਰ ਸਾਨੂੰ ਕੀ ਕਰਨਾ ਚਾਹੀਦਾ? ਇਹਨਾਂ ਨੇ ਨੈਰੇਟਿਵ ਰਚਿਆ ਬਹੁਤ ਵੱਡੇ ਤੌਰ ਤੇ, ਸਾਨੂੰ ਤਾਂ ਪਤਾ ਕਿਉਂਕਿ ਅਸੀਂ ਇਸ ਧਰਤੀ ਦੇ ਬਾਸ਼ਿੰਦੇ ਆ, ਹੋਇਆ ਕੀ ਆ, ਇਹਨਾਂ ਨੇ ਕੀਤਾ ਕੀ ਆ। ਅਸੀਂ ਉਸ ਨੈਰੇਟਿਵ ਨਾਲ ਵੀ ਲੜਨਾ ਜਿਹੜਾ ਇਹਨਾਂ ਨੇ ਬਾਕੀ ਦੇਸ਼ ਦੇ ਹਿੱਸਿਆਂ 'ਚ ਫੈਲਾਤਾ ਤੇ ਲੋਕਾਂ ਨੇ ਉਹਨੂੰ ਉਵੇਂ ਹੀ ਸਮਝ ਲਿਆ ਜਿਵੇਂ ਸਰਕਾਰ ਨੇ ਸਮਝਾਇਆ। ਅੱਜ ਅਸੀਂ ਆਪਦੀ ਗੱਲਾਂ ਦੇ ਅਰਥ ਉਹੀ ਰੱਖੀਏ ਪਰ ਭਾਸ਼ਾ ਬਦਲ ਦਈਏ, ਉਹ ਕਿਵੇਂ ਹੋਊਗਾ? ਅੱਜ ਹੀ ਮੇਰੇ ਦਿਮਾਗ 'ਚ ਆਇਆ ਸੀ, ਡਾਕਟਰ BR ਅੰਬੇਦਕਰ ਸਾਹਿਬ ਦੀ ਕੋਟ ਆ ਆਪਣੇ ਇੱਥੇ ਲਿਖੀ ਹੋਈ, that if I find the constitution being misused, I will be the first person to burn it। ਮਤਲਬ ਇਹਦਾ ਇਹ ਸੀ ਵੀ ਜੇ ਕੱਲ ਨੂੰ ਇਹਨਾਂ ਨੇ ਸੰਵਿਧਾਨ ਮਿਸਯੂਜ਼ ਕੀਤਾ ਤੇ ਮੈਂ ਪਹਿਲਾ ਬੰਦਾ ਹੋਊਂਗਾ ਉਹਨੂੰ ਬਰਨ ਕਰੂੰਗਾ। ਹੁਣ ਦੋ ਗੱਲਾਂ 'ਚ ਇਹਨੂੰ ਦੇਖਿਆ ਜਾ ਸਕਦਾ। ਅਸੀਂ ਕੀ ਕਰ ਰਹੇ ਹਾਂ? ਅਸੀਂ ਇਹ ਕਹੀਏ ਵੀ ਤੁਸੀਂ ਕਨਸਟੀਟਿਊਸ਼ਨ ਨੂੰ ਮਿਸਯੂਜ਼ ਕਰ ਰਹੇ ਹੋ, ਜੋ ਕਿ ਪ੍ਰਤੱਖ ਰੂਪ 'ਚ ਕਰ ਰਹੇ ਆ। ਜਦੋਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਤਾਂ ਕਨਸਟੀਟਿਊਸ਼ਨ ਦੇ ਅਗੇਂਸਟ ਆ, ਜਦੋਂ ਇਹ ਫੈਡਰਲ ਢਾਂਚੇ ਨੂੰ ਢਾਹ ਲਾਉਂਦੇ ਆ ਤਾਂ ਕਨਸਟੀਟਿਊਸ਼ਨ ਦੇ ਅਗੇਂਸਟ ਆ, ਜਦੋਂ ਸੈਕੂਲਰ ਢਾਂਚੇ ਨੂੰ ਢਾਹ ਲਾਉਂਦੇ ਆ ਤਾਂ ਕਨਸਟੀਟਿਊਸ਼ਨ ਦੇ ਅਗੇਂਸਟ ਆ। ਫਿਰ ਅਸੀਂ ਇਹ ਕਹੀਏ ਵੀ ਅਸੀਂ ਤਾਂ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰ ਰਹੇ ਹਾਂ, ਤੁਸੀਂ ਦੇਸ਼ ਧਰੋਹੀ ਹੋ, ਅਸੀਂ ਤਾਂ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰ ਰਹੇ ਹਾਂ। ਅਸੀਂ ਤਾਂ ਫੈਡਰਲ ਢਾਂਚਾ ਹੀ ਮੰਗ ਰਹੇ ਹਾਂ ਨਾ, ਅਸੀਂ ਤਾਂ ਸੈਕੂਲਰ ਸਟਰਕਚਰ ਮੰਗ ਰਹੇ ਹਾਂ, ਮਲਟੀਕਲਚਰਲਿਜ਼ਮ ਨੂੰ ਪ੍ਰਮੋਟ ਕਰ ਰਹੇ ਹਾਂ। ਅਸੀਂ
ਡੈਮੋਕ੍ਰੈਟਿਕ ਮੀਨਸ ਜਾਂ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਆ ਉਹਨਾਂ ਨੂੰ ਮੰਗ ਰਹੇ ਆ। ਤੇ ਜੇ ਤੁਸੀਂ ਸਾਨੂੰ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਨਹੀਂ ਕਰਨ ਦਿੱਤਾ ਤੇ ਉਹਨੂੰ ਮਿਸਯੂਜ਼ ਕੀਤਾ, ਤੇ ਫਿਰ ਡਾਕਟਰ BR ਅੰਬੇਦਕਰ ਨੇ ਕਿਹਾ ਸੀ ਅਸੀਂ ਬਰਨ ਕਰਾਂਗੇ ਉਹਨੂੰ। ਫਿਰ ਸਾਨੂੰ ਉਸ ਲੈਵਲ ਤੱਕ ਨਾ ਲੈ ਕੇ ਜਾਓ ਵੀ ਕੋਈ ਨੌਬਤ ਇਹ ਆ ਜੇ ਵੀ ਸਾਨੂੰ ਬਰਨ ਕਰਨੀ ਪੈ ਜੇ, ਕਿਉਂਕਿ ਤੁਸੀਂ ਮਾਨਤਾ ਹੀ ਨਹੀਂ ਦੇ ਰਹੇ ਸੰਵਿਧਾਨ ਨੂੰ। ਨਹੀਂ, ਜੇ ਆਪਾਂ ਇਸ ਤਰੀਕੇ ਦੇ ਨਾਲ ਕਦਮ ਪੁੱਟਾਂਗੇ, ਹਾਂਜੀ, ਜਿੰਨਾ ਦਲਿਤ ਸਮਾਜ ਹੈ, ਜਿੰਨਾ ਵੀ ਪੂਰੇ ਭਾਰਤ ਦੇ ਅੰਦਰ, ਉਹ ਸਾਰਾ ਆਪਣੇ ਵਿਰੋਧ ਦੇ ਵਿੱਚ ਆ ਜਾਏਗਾ। ਕਿਉਂਕਿ ਉਹ ਸੰਵਿਧਾਨ ਦੀ ਗੱਲ ਕਰਦੇ ਨੇ, ਸੰਵਿਧਾਨ ਨਿਰਮਾਤਾ ਦੀ ਗੱਲ ਕਰਦੇ ਨੇ। ਉਹ ਕਹਿੰਦੇ ਜੇ ਮਨੂ ਸਿਮਰਤੀ ਸਾਡੇ ਪੈਰਾਂ ਦੇ ਵਿੱਚ ਜੰਜੀਰ ਪਾਉਂਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੁਸੀਂ ਬੜੀ ਸੁੰਦਰ ਗੱਲ ਕੀਤੀ ਹੈ, ਡਾਕਟਰ ਭੀਮ ਰਾਓ ਅੰਬੇਦਕਰ ਦੀ ਗੱਲ ਕੀਤੀ ਹੈ। ਬਟ ਇਸ ਚੀਜ਼ ਨੂੰ ਜਦੋਂ ਪੇਸ਼ ਕਰਾਂਗੇ ਤੇ ਕਿਤੇ ਨਾ ਕਿਤੇ ਸਮੁੱਚੇ ਭਾਰਤ ਦਾ ਜਿਹੜਾ ਦਲਿਤ ਸਮਾਜ ਉਹ ਆਪਣੇ ਵਿਰੋਧ ਦੇ ਵਿੱਚ ਆ ਜਾਏਗਾ ਵੀ ਦੇਖੋ ਜੀ ਇਹਨਾਂ ਨੇ ਸੰਵਿਧਾਨ ਦੇ ਨਾਲ ਆਹ ਚੀਜ਼ ਕੀਤੀ ਹੈ। ਔਰ ਬਕਾਇਦਾ ਉਹ ਗੱਲ ਕਹਿੰਦੇ ਨੇ ਕਿ ਜੇ ਮਨੂ ਸਿਮਰਤੀ ਸਾਡੇ ਪੈਰਾਂ ਦੇ ਵਿੱਚ ਸੰਗਲ ਪਾਉਂਦੀ ਹੈ ਤੇ ਸੰਵਿਧਾਨ ਸਾਡੇ ਸੰਗਲ ਖੋਲ੍ਹਦਾ, ਉੱਥੇ ਆਪਾਂ ਕੀ ਕਰਾਂਗੇ? ਨਹੀਂ ਜੀ, ਇਹੀ ਗੱਲ ਦਾ ਆਪਾਂ ਜਵਾਬ ਦੇਖੋ। ਦਲਿਤ ਸਮਾਜ ਨੂੰ ਇਹ ਗੱਲ ਪ੍ਰਤੱਖ ਰੂਪ 'ਚ ਪਤਾ ਵੀ ਆਜ਼ਾਦੀ ਤੋਂ ਪਹਿਲਾਂ ਜਦੋਂ ਤੱਕ ਡਾਕਟਰ BR ਅੰਬੇਦਕਰ ਕਾਂਗਰਸ ਨਾਲ ਉਸ ਵੇਲੇ ਦੀ, ਜਿਹਦੇ 'ਚ ਮਹਾਤਮਾ ਗਾਂਧੀ ਸੀ, ਨਹਿਰੂ, ਪੰਡਿਤ ਨਹਿਰੂ ਸੀ, ਤੇ ਹੋਰ ਜਿਹੜੇ ਰਾਸ਼ਟਰਵਾਦ ਦੇ ਸਮਰਥਨ 'ਚ ਆਏ ਹੋਏ ਬੰਗਾਲ ਦੀ ਲੀਡਰਸ਼ਿਪ ਸੀ। ਕਿਉਂਕਿ ਉਹ ਰਾਜਾ ਰਾਮ ਮੋਹਨ ਰਾਏ ਤੋਂ ਚੱਲ ਕੇ ਟੈਗੋਰ ਸਾਹਿਬ ਤੱਕ ਤੇ ਉਹਨਾਂ ਦੇ ਅਰਬਿੰਦੋ ਘੋਸ਼, ਇਹ ਸਾਰੇ ਬੰਦਿਆਂ ਤੱਕ, ਜਦੋਂ ਤੱਕ ਇਹ ਸਾਰੇ ਬੰਦੇ ਸੀ ਉਦੋਂ ਤੱਕ ਇਹ ਸਾਰਾ ਸਮਾਜ ਡਾਕਟਰ BR ਅੰਬੇਦਕਰ ਨੂੰ ਗਾਲਾਂ ਕੱਢਦਾ ਸੀ, ਉਹਨਾਂ ਦੇ ਅਗੇਂਸਟ ਸੀ। ਇਹ ਤਾਂ ਇਤਿਹਾਸ 'ਚ ਪਿਆ। ਜਿੱਦਾਂ ਇਹਨਾਂ ਨੇ ਸਾਰਾ ਦਲਿਤ ਸਮਾਜ, ਜਿਹੜੇ ਦਬਲੇ ਕੁਚੇ ਲੋਕ ਇਹਨਾਂ ਨੇ ਹੀ ਬਣਾਏ ਆ, ਆਪਾਂ ਤਾਂ ਉਹਨਾਂ ਨੂੰ ਆਪਦਾ ਬਰਾਬਰੀ 'ਚ ਬਿਠਾਉਣੇ ਆ। ਅਸੀਂ ਕਹਿੰਦੇ ਆ ਸਾਨੂੰ ਜੇ ਦਲਿਤ ਹੋ ਤਾਂ ਸਾਨੂੰ ਵੀ ਦਲਿਤ ਕਹੋ, ਫਿਰ ਦੀਪ ਸਿੱਧੂ ਨੂੰ ਵੀ ਦਲਿਤ ਕਹੋ, ਮੈਂ ਦਲਿਤ ਕਹਿਲਾਉਣ ਨੂੰ ਤਿਆਰ ਹਾਂ। ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਹਨਾਂ ਤੋਂ, ਉਦੋਂ ਹੀ ਡਾਕਟਰ BR ਅੰਬੇਦਕਰ ਦੀਆਂ ਇਹਨਾਂ ਨੇ ਜਯੰਤੀਆਂ ਮਨਾਉਣੀਆਂ ਸ਼ੁਰੂ ਕਰਤੀਆਂ। ਸੋ ਉਹ ਦਲਿਤ ਸਮਾਜ ਨੂੰ ਵੀ ਇਹਨਾਂ ਨੇ ਗੁੰਮਰਾਹ ਕੀਤਾ ਹੋਇਆ। ਉਸ ਦਲਿਤ ਸਮਾਜ ਨੂੰ ਸਾਨੂੰ ਨਰਾਉਣਾ ਪਊਗਾ ਨਾਲ ਇਸ ਪ੍ਰੋਸੈਸ 'ਚ। ਅਸਲ ਗੱਲ ਦੱਸਣੀ ਪਊਗੀ ਵੀ ਡਾਕਟਰ BR ਅੰਬੇਦਕਰ ਇਹ ਕਹਿੰਦੇ ਸੀ ਆ ਪ੍ਰੀਤੀ ਭੋਜਾਂ ਨਾਲ, ਇੰਟਰਕਾਸਟ ਮੈਰਿਜਸ ਨਾਲ ਜਾਂ ਰਿਜ਼ਰਵੇਸ਼ਨ ਦੇ ਕੇ ਇਹਨਾਂ ਦਾ ਕੁਝ ਨਹੀਂ ਸੁਧਾਰ ਹੋਣਾ, ਜਾਂ ਫੀਸ ਮਾਫੀ ਨਾਲ ਇਹਨਾਂ ਦਾ ਸੁਧਾਰ ਨਹੀਂ ਹੋਣਾ। ਤੁਸੀਂ ਉਹ ਸਾਰੇ ਜਿਹੜੇ ਗ੍ਰੰਥ ਆ ਜਿੱਥੇ ਦਰਜਾ ਬਦਰਜੀ ਪਈ ਆ ਉਹਨਾਂ ਦਾ ਖੰਡਨ ਕਰੋ, ਉਸੇ ਤਰ੍ਹਾਂ ਜਿਵੇਂ ਮਹਾਤਮਾ ਬੁੱਧ ਨੇ ਕੀਤਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ। ਹੁਣ ਜੇ ਅਸੀਂ ਆਪਦਾ ਨੈਰੇਟਿਵ ਹੀ ਨਾ ਰਚ ਸਕੇ ਤੇ ਦਲਿਤਾਂ ਨੂੰ ਨਾਲ ਨਾ ਲੈ ਸਕੇ, ਤੇ ਫਿਰ ਅਸੀਂ ਜੇ ਇਹ ਗੱਲ ਤੋਂ ਡਰ ਗਏ ਵੀ ਦਲਿਤ ਸਮਾਜ ਸਾਡੇ ਵਿਰੋਧ 'ਚ ਆ ਜਾਊਗਾ, ਫਿਰ ਤਾਂ ਕਿਤੇ ਨਾ ਕਿਤੇ ਖਤਾ ਅਸੀਂ ਖਾਵਾਂਗੇ ਹੀ ਖਾਵਾਂਗੇ, ਕਿਉਂਕਿ ਸਾਡਾ ਨੈਰੇਟਿਵ ਨਹੀਂ ਅਸੀਂ ਦੇ ਸਕੇ। ਸੋ ਨੈਰੇਟਿਵ ਦੀ ਤਾਂ ਲੜਾਈ ਆ, ਲੜਾਈ ਤਾਂ ਆਈਡੀਓਲੋਜੀ ਵਰਸਸ ਆਈਡੀਓਲੋਜੀ ਹੈ ਨਾ। ਹੁਣ ਜਿਹੜੀ ਸਾਡੀ ਆਈਡੀਓਲੋਜੀ ਕੀ ਹੋਣੀ ਚਾਹੀਦੀ ਆ, ਜਿਹੜੇ ਗੁੰਮਰਾਹ ਹੋਏ ਉਹ ਦਬੇ ਕੁਚਲੇ ਜਾਂ ਦਰਜਾ ਬਦਰਜੀ ਦੇ ਨਾਲ ਬੰਦੇ ਬੈਠੇ ਆ ਸਾਡੇ, ਜਿਨ੍ਹਾਂ ਨੂੰ ਇਹਨਾਂ ਨੇ ਮਨੁੱਖ ਹੀ ਨਹੀਂ ਸਮਝਦੇ। ਇਹ ਲੋਕ ਸਵਰਨ ਜਾਤੀਆਂ ਉਹਨਾਂ ਨੂੰ ਮਨੁੱਖ ਨਹੀਂ ਸਮਝਦੀਆਂ ਅੱਜ ਤਾਈਂ। ਅਸੀਂ ਉਹਨਾਂ ਨੂੰ ਨਾਲ ਲਈਏ, ਉਹਨਾਂ ਨੂੰ ਬਰਾਬਰਤਾ, ਉਹਨਾਂ ਨੂੰ ਸਾਡੀ ਇਕੁਐਲਿਟੀ ਦੇ ਸਿਧਾਂਤ ਸਮਝਾਈਏ। ਅਸੀਂ ਜੇ ਕਹੀਏ ਅੱਜ ਸਿੱਖ ਸਮਾਜ 'ਚ ਵੀ ਅਸੀਂ ਬਹੁਤ ਵੱਡੀ ਵੰਡ ਕ੍ਰੀਏਟ ਕੀਤੀ ਹੋਈ ਆ, ਪਹਿਲਾਂ ਸਾਨੂੰ ਉਹਨੂੰ ਵੀ ਦਰਜਾ ਬਦਰਜੀ ਨੂੰ ਖੰਡਨ ਕਰਨਾ ਪਊਗਾ। ਖੰਡੇ ਬਾਟੇ ਦੀ ਜਦੋਂ ਪਹੁਲ ਸੀ ਉਹ ਇੱਕ ਬਾਟੇ ਤੋਂ ਹੀ ਦਿੱਤੀ ਜਾਂਦੀ ਸੀ। ਜਦੋਂ 10ਵੇਂ ਪਾਤਸ਼ਾਹ ਦੇ ਵਿਰੁੱਧ ਪਹਾੜੀ ਰਾਜੇ ਸ਼ੁਰੂ ਹੋਏ, ਜਿੱਥੋਂ ਸਾਰਾ ਇਤਿਹਾਸ ਰਚਿਆ ਗਿਆ, ਉਦੋਂ ਬਾਟੇ ਦੀ ਤਾਂ ਗੱਲ ਸੀ ਸਾਰੀ। ਜਦੋਂ ਪਹਾੜੀ ਰਾਜਾ ਨੇ ਕਿਹਾ ਵੀ ਅਸੀਂ ਤੁਹਾਡੇ ਸਿੱਖ ਬਣਨ ਨੂੰ ਤਿਆਰ ਆ, ਪਰ ਅਸੀਂ ਇਹਨਾਂ ਦੇ ਨਾਲ ਨਹੀਂ ਬੈਠਾਂਗੇ, 10ਵੇਂ ਪਾਤਸ਼ਾਹ ਕਹਿੰਦੇ ਮੇਰੇ ਤਾਂ ਸਰਦਾਰ ਇਹੀ ਆ, ਮੇਰੇ ਤਾਂ ਸਿੱਖ ਇਹੀ ਆ, ਤੇ ਤੁਸੀਂ ਜੇ ਜਾਣਾ ਚਾਹੋ ਤਾਂ ਜਾ ਸਕਦੇ ਹੋ। ਸੋ ਇਤਿਹਾਸ ਹੀ ਸਾਡਾ ਉੱਥੋਂ ਸ਼ੁਰੂ ਹੋਇਆ 10ਵੇਂ ਪਾਤਸ਼ਾਹ ਦੇ ਟਾਈਮ ਤੋਂ। ਤਾਂ ਸਾਨੂੰ ਇਹ ਸਾਰੀਆਂ ਗੱਲਾਂ ਇਤਿਹਾਸ 'ਚ ਜਿਹੜੀਆਂ ਪਈਆਂ, ਉਹ ਸਾਰੇ ਬੰਦਿਆਂ ਨੂੰ ਜਿਨ੍ਹਾਂ ਦੇ ਨਾਲ ਵਿਤਕਰਾ ਹੁੰਦਾ, ਜਿਹਨੂੰ ਦਬਲੇ ਕੁਚਲੇ ਕਹਿੰਦੇ ਆ, ਇਹ ਜਿਨ੍ਹਾਂ ਤੋਂ ਵੋਟਾਂ ਲੈਣ ਲਈ ਅੱਜ ਡਾਕਟਰ BR ਅੰਬੇਦਕਰ ਸਾਹਿਬ ਦੀਆਂ ਜਯੰਤੀਆਂ ਮਨਾਉਂਦੇ ਆ, ਉਹਨਾਂ ਨੂੰ ਸਮਝਾਉਣਾ ਪਊਗਾ ਵੀ ਗੱਲ ਕਿੱਥੇ ਜਾਂਦੀ ਆ, ਕਿਵੇਂ ਉਹ ਗੁੰਮਰਾਹ ਹੁੰਦੇ ਆ ਤੇ ਕਿਵੇਂ ਉਹਨਾਂ ਤੋਂ ਵੋਟਾਂ ਲੈਂਦੇ ਆ। ਪਰ ਅਸਲ ਗੱਲ ਹੈ ਕੀ? ਸੋ ਇਹੀ ਲੜਾਈ ਆ ਜੀ, ਆਈਡੀਓਲੋਜੀ ਦੀ ਲੜਾਈ ਆ ਤੇ ਬਿਰਤਾਂਤ ਤੇ ਨੈਰੇਟਿਵ ਦੀ ਲੜਾਈ ਆ। ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਪਰ ਮੈਂ ਬਹੁਤਾਤ ਮੋਰਚਿਆਂ ਦੇ ਵਿੱਚ ਜਾਂਦਾ ਵਾਂ, ਉੱਥੇ ਗੱਲ ਕਿਸਾਨ ਦੀ ਤੇ ਕਿਸਾਨ ਤੱਕ ਵੀ ਮੈਂ ਸਹਿਮਤ ਹੋ ਜਾਂਦਾ ਵਾਂ। ਉੱਥੇ ਗੱਲ ਕਈ ਵਾਰੀ ਜੱਟ ਦੀ ਕੀਤੀ ਜਾ ਰਹੀ ਹੈ।
ਵੀ ਜੇ ਜੱਟ ਬਚੇਗਾ ਤੇ ਤਾਂ ਸਾਰਾ ਕੁਝ ਬਚੇਗਾ, ਜੇ ਜੱਟ ਨਹੀਂ ਬਚੇਗਾ। ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਜੱਟ ਦੀ ਜਗ੍ਹਾ ਤੇ ਜੇ ਆਪਾਂ ਕਿਸਾਨ ਸ਼ਬਦ ਹੋਵੇ ਤੇ ਕਿਸਾਨ ਦੇ ਨਾਲ ਮਜ਼ਦੂਰ ਦੀ ਜਿਹੜੀ ਸਾਂਝ ਹੈ, ਕਿਸਾਨ ਮਜ਼ਦੂਰ ਦੋ ਚੀਜ਼ਾਂ ਇਕੱਠੀਆਂ ਕਰ ਦਈਏ ਤੇ ਸਾਡੇ ਮੋਰਚਿਆਂ ਨੂੰ ਬਲ ਮਿਲੇਗਾ। ਮੋਰਚਿਆਂ ਨੂੰ ਮੈਂ ਕਈ ਵਾਰੀ ਵੇਖਾਂ ਵੀ ਕਿਸਾਨ ਮਜ਼ਦੂਰ ਤੋਂ ਇਕੱਲੇ ਕਿਸਾਨ ਤੇ ਕਿਸਾਨ ਤੋਂ ਇਕੱਲੇ ਜੱਟਾਂ ਤੇ ਇਹ ਕਿਤੇ ਨਾ ਕਿਤੇ ਮੋਰਚਿਆਂ ਨੂੰ ਢਾਹ ਨਹੀਂ ਲੱਗ ਰਹੀ। ਇਹ ਸਾਡੇ ਸਮਾਜ ਦੀ ਤਰਾਸਦੀ ਹੈ ਜੀ। ਦੇਖੋ ਇੱਕ ਗੱਲ ਸਾਨੂੰ ਸਮਝਣੀ ਪਊ, ਜਿਹੜੇ ਸਵਰਨ ਜਾਤੀ ਲੋਕ ਇੱਥੇ ਰਾਜ ਕਰ ਰਹੇ ਆ ਨਾ, ਜਿਨ੍ਹਾਂ 'ਚ ਇੱਕ ਮਾਨਸਿਕਤਾ ਤੇ ਉਹਨਾਂ ਦੀ ਪ੍ਰਵਿਰਤੀ ਇਹ ਬਣੀ ਹੋਈ ਆ ਜਾਂ ਉਹਨਾਂ 'ਚ ਬਿਰਤੀ ਇਹ ਆ ਵੀ ਡੋਮੀਨੇਟ ਕਰਨਾ ਸੀ। ਹੁਣ ਉਹਨਾਂ ਨੇ ਇੱਕ ਡੋਮੀਨੇਸ਼ਨ ਦਾ ਹਰ ਖਿੱਤੇ 'ਚ ਇੱਕ ਰੂਲ ਲੱਭ ਲਿਆ। ਉੱਥੋਂ ਕੁਛ ਕੁ ਬੰਦੇ ਚੱਕ ਲਓ, ਇੱਕ ਉੱਥੋਂ ਦੀ ਵਰਗ ਨੂੰ ਚੱਕ ਲਓ ਤੇ ਉਹਨੂੰ ਸਵਰਨ ਜਾਤੀ ਦਾ ਟੈਗ ਲਾ ਦਿਓ ਉਹਦੇ ਤੇ। ਹੁਣ ਪੰਜਾਬ 'ਚ ਕਿਸਾਨਾਂ ਦਾ ਇੱਕ ਵਰਗ ਚੱਕ ਕੇ ਉਹਨੂੰ ਜੱਟ ਬਣਾ ਕੇ ਤੇ ਉਹਨਾਂ ਤੇ ਟੈਗ ਲਾਤਾ ਸਵਰਨ ਜਾਤੀ ਦਾ। ਸਾਡੇ ਜਿਹੜੇ ਅਸੀਂ ਆਪਦੇ ਆਪ ਨੂੰ ਜੱਟ ਕਹਿਣ ਲੱਗ ਗਏ ਨਾ, ਅਸੀਂ ਉਸੇ ਸਾਜ਼ਿਸ਼ ਦਾ ਸ਼ਿਕਾਰ ਹੋਏ ਬੈਠੇ ਆ, ਜਿਹੜੇ ਸਾਜ਼ਿਸ਼ ਦਾ ਸ਼ਿਕਾਰ ਹੋਰ ਬਹੁਤ ਸੂਬਿਆਂ 'ਚ ਬੈਠੇ ਕੁਝ ਸਵਰਨ ਜਾਤੀ ਸਮਝਦੇ, ਜਿਵੇਂ ਰਾਜਪੂਤ ਆਪਦੇ ਆਪ ਨੂੰ ਸਵਰਨ ਜਾਤੀ ਸਮਝਦੇ, ਉਵੇਂ ਜੱਟ ਆਪਦੇ ਆਪ ਨੂੰ ਪੰਜਾਬ 'ਚ ਸਵਰਨ ਜਾਤੀ ਸਮਝਦੇ ਆ। ਇਹ ਸਾਡੇ ਸਮਾਜ ਦੀ ਤਰਾਸਦੀ ਆ। ਇਸ ਗੱਲ ਨੂੰ ਜਦੋਂ ਅਸੀਂ ਸਮਝ ਲਾਂਗੇ, ਕਿਉਂਕਿ ਸਾਨੂੰ ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਗੱਲ ਕਰਦੇ ਹਾਂ, ਫਿਰ ਉੱਥੇ ਤਾਂ ਕੋਈ ਦਰਜਾ ਬਦਰਜੀ ਹੈ ਹੀ ਨਹੀਂ ਸੀ। ਉੱਥੇ ਤਾਂ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਤੇ ਪਹਿਰਾ 10ਵੇਂ ਪਾਤਸ਼ਾਹ ਨੇ ਵੀ ਦਿੱਤਾ ਸੀ। ਉਹ ਜੋਤ ਜੇ ਪਹਿਲੇ ਜਾਮੇ ਤੋਂ ਲੈ ਕੇ 10 ਜਾਮਿਆਂ ਤੱਕ ਉਹੀ ਰਹੀ। ਹੁਣ ਚਾਹੇ ਉਹਨੂੰ ਅੱਗਿਓਂ ਸ਼ੁਰੂ ਕਰ ਲਓ 10 ਜਾਮਿਆਂ ਤੱਕ, ਚਾਹੇ 10ਵੇਂ ਜਾਮੇ ਤੋਂ ਜਾਂ 11ਵੇਂ ਜਾਮੇ ਤੋਂ ਹੁਣ ਪਿੱਛੇ ਤਾਈਂ ਸ਼ੁਰੂ ਕਰ ਲਓ, ਜੋਤ ਤਾਂ ਉਹੀ ਆ ਨਾ। ਉਸ ਜੋਤ ਨੇ ਕਿਹਾ ਕਿ ਵੀ ਇੱਥੇ ਕੋਈ ਜਾਤ ਪਾਤ ਨਹੀਂ ਆ, ਇੱਥੇ ਕੋਈ ਦਰਜਾ ਬਦਰਜੀ ਨਹੀਂ ਆ। ਜਦੋਂ ਗੁਰੂ ਸਾਹਿਬ ਨੇ ਲੰਗਰ ਛਕਾਉਣ ਦੀ ਸੰਗਤ 'ਚ ਪੰਗਤ ਦੀ ਇੱਕ ਰਸਮ ਉਲੀਕੀ ਸੀ, 550 ਸਾਲ ਪਹਿਲਾਂ ਉਹ ਭੁੱਖਿਆਂ ਨੂੰ ਸਿਰਫ ਭੋਜਨ ਕਰਾਉਣ ਦਾ ਮਕਸਦ ਨਹੀਂ ਸੀ। ਉਸ ਵੇਲੇ ਸਮਾਜ 'ਚ ਦਰਜਾ ਬਦਰਜੀ ਜਾਂ ਜਾਤ ਪਾਤ ਕਿੱਡੀ ਵੱਡੀ ਪਈ ਸੀ ਔਰ ਸਦੀਆਂ ਤੋਂ ਚੱਲੀ ਆ ਰਹੀ ਸੀ। ਉਹ ਗੁਰਦੁਆਰਾ ਸਾਹਿਬ ਨਹੀਂ ਹੁੰਦੇ ਸੀ ਉਦੋਂ ਜੀ, ਉਦੋਂ ਧਰਮਸ਼ਾਲਾ ਹੁੰਦੀਆਂ ਸੀ। ਇੱਕ ਰਸੋਈ 'ਚ ਲੰਗਰ ਪੱਕਣਾ ਤੇ ਇੱਕ ਥਾਂ ਤੇ ਬਹਿ ਕੇ ਸਾਰਿਆਂ ਨੇ ਖਾਣਾ, ਇਹ ਸੀ ਇਨਕਲਾਬ। ਹੁਣ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਜਦੋਂ ਅਸੀਂ ਅਸਲ ਰੂਪ 'ਚ ਸਮਝਾਂਗੇ, ਫਿਰ ਕਿਹੜਾ ਜੱਟ ਤੇ ਕਿਹੜਾ ਕੋਈ ਦਲਿਤ ਜਾਂ ਕਿਹੜਾ ਕੋਈ ਹੋਰ ਵਰਗ, ਸਾਡੇ ਤਾਂ ਮਾਨਸ ਕੀ ਜਾਤ ਸਭ ਇੱਕੋ ਹੀ ਆ। ਤਾਂ ਇਹ ਗੱਲ ਨੂੰ ਜੇ ਅਸੀਂ ਸਮਝ ਲਾਂਗੇ, ਅਸੀਂ ਗੁਰੂ ਸਾਹਿਬ ਦੇ ਅਮਲਾਂ ਤੋਂ ਜਿਨ੍ਹਾਂ ਤੇ ਸਾਨੂੰ ਲਾਇਆ ਸੀ, ਉਹਨਾਂ ਸਿਧਾਂਤਾਂ ਤੋਂ ਬਹੁਤ ਦੂਰ ਬੈਠੇ ਆ। ਇਸੇ ਕਰਕੇ ਦੁਖਾਂਤ 'ਚੋਂ ਲੰਘ ਰਹੇ ਆ, ਇਸ ਕਰਕੇ ਸੰਘਰਸ਼ ਲੜਨਾ ਪੈ ਰਿਹਾ। ਜੇ ਕਿਤੇ ਉਹੀ ਰੂਹਾਂ ਜਿਹੜੇ ਅਮਲਾਂ ਤੇ ਸਾਨੂੰ ਲਾ ਕੇ ਗਈਆਂ ਸੀ ਜਾਂ ਜਿਹੜੇ ਅਮਲਾਂ ਤੇ ਅਸੀਂ ਸੀਗੇ, ਉਹਨਾਂ ਤੋਂ ਦੂਰ ਨਾ ਹੁੰਦੇ, ਨਾ ਸਾਡੇ ਕੋਲੋਂ ਖਾਲਸਾ ਰਾਜ ਜਾਣਾ ਸੀ ਤੇ ਨਾ ਅੱਜ ਸਾਡੇ ਕੋਲੋਂ ਪੰਜਾਬ ਜਾਣਾ ਸੀ। ਦੀਪ ਸਿੱਧੂ ਜੀ, ਬੜੀਆਂ ਸੁੰਦਰ ਅਸੀਂ ਤੁਹਾਡੇ ਨਾਲ ਵਿਚਾਰਾਂ ਕੀਤੀਆਂ ਨੇ, ਸਵਾਲ ਕੀਤੇ ਸੀ ਔਰ ਕਰੀਬ ਜੇ ਮੈਂ ਕਹਾਂ ਹਰ ਸਵਾਲ ਦਾ ਜਵਾਬ ਵੀ ਮਿਲਿਆ। ਪਰ ਮੈਂ ਤੁਹਾਡੇ ਨਾਲ ਇੱਕ ਸਵਾਲ ਮੇਰੇ ਮਨ ਦੇ ਵਿੱਚ ਹੈ, ਮੈਂ ਜ਼ਰੂਰ ਸੈਕਿੰਡ ਪਾਰਟ ਦੇ ਵਿੱਚ ਲਵਾਂਗਾ। ਕੁਝ ਲੋਕ ਕਹਿੰਦੇ ਵੀ ਜੇ ਗੁਰਮਤ ਸਿਧਾਂਤ ਦੀ ਗੱਲ ਕਰੋ ਤੇ ਦੀਪ ਸਿੱਧੂ ਨੂੰ ਬੜੀ ਨੌਲੇਜ ਹੈ, ਜੇ ਬ੍ਰਾਹਮਣੀਵਾਦ ਦੀ ਗੱਲ ਕਰੋ ਦੀਪ ਸਿੱਧੂ ਨੂੰ ਬੜੀ ਨੌਲੇਜ ਹੈ, ਜੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਗੱਲ ਕਰੋ ਤੇ ਉਹਨਾਂ ਦੀ ਵੋਲੀਅਮ ਬਾਰੇ ਬੜੀ ਜ਼ਿਆਦਾ ਨੌਲੇਜ ਹੈ। ਕਹਿੰਦੇ ਕਿਤੇ ਐਸਾ ਤਾਂ ਨਹੀਂ ਵੀ ਬਹੁਤ ਜ਼ਿਆਦਾ ਤਿਆਰ ਕਰਕੇ ਸਾਡੇ ਵਿੱਚ ਭੇਜਿਆ ਗਿਆ ਹੋਵੇ। ਖੈਰ, ਕੋਈ ਇਹ ਪੈਮਾਨਾ ਜ਼ਰੂਰੀ ਨਹੀਂ ਹੁੰਦਾ ਕਿ ਜੇ ਕੋਈ ਇੰਟੈਲੀਜੈਂਟ ਹੈ ਤਾਂ ਦੂਜੇ ਪਾਸੇ ਦਾ ਹੋਵੇਗਾ, ਜੇ ਕੋਈ ਡੰਗਰ ਹੈ ਤਾਂ ਉਹੀ ਸਾਡਾ ਹੋਵੇਗਾ। ਪਰ ਫਿਰ ਵੀ ਲੋਕਾਂ ਦੇ ਸਵਾਲ ਨੇ, ਜ਼ਰੂਰ ਇਹ ਸਵਾਲ ਤੁਹਾਡੇ ਨਾਲ ਮੈਂ ਸਾਂਝੇ ਕਰਾਂਗਾ। ਪਰ ਬਹੁਤ ਤੁਹਾਡਾ ਧੰਨਵਾਦ। ਸੋ ਦਰਸ਼ਕੋ, ਇਹ ਸੀ ਵੀਰ ਦੀਪ ਸਿੱਧੂ, ਜਿਨ੍ਹਾਂ ਦੇ ਨਾਲ ਆਪਾਂ ਕਾਫੀ ਗੱਲਾਂ ਬਾਤਾਂ ਕੀਤੀਆਂ ਨੇ, ਪਰ ਕੁਝ ਸਵਾਲ ਮਨ ਦੇ ਵਿੱਚ ਰਹਿ ਗਏ ਨੇ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ ਸੈਕਿੰਡ ਪਾਰਟ ਲੈ ਕੇ, ਤੇ ਵਾਅਦਾ ਕਰਦਾ ਮੈਂ ਸੈਕਿੰਡ ਪਾਰਟ ਦੇ ਵਿੱਚ ਦੀਪ ਸਿੱਧੂ ਵੀਰ ਮੇਰੇ ਨਾਲ ਹੋਣਗੇ ਤੇ ਕਰਾਂਗੇ ਉਹੀ ਗੱਲਾਂ ਬਾਤਾਂ ਜਿਹੜਾ ਸਵਾਲ ਆਪਣੇ ਮਨ ਦੇ ਵਿੱਚ ਰਹਿ ਗਏ ਸਨ। ਬੜੀ ਜਲਦੀ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।